सिख सतगुर के प्यारियो, गावो हो सच्ची बाणी। जिसका कारज तिन्हि किया, मानस क्या विचारा राम। वड्डी वड्याई आचरज शोभा, कारज आया रसे, नानक को गुर पूरा भेटियो। सगले दुख बिनासे, कवन वडाई कह सकूं। बेअंत गुनीता कर कृपा मोहे नाम देहो। नानक दारो सरिता, कर कृपा मोहे नाम देहो। नानक दर सरिता, सतनाम वाहिगुरु साहिब जी। कतिक कर्म कमावणे, दोष ना काहू जोग। परमेश्वर ते भुलिया व्यापन सबे रोग। वे मुख होए राम ते, लगन जन्म विजोग। खिन मह कौड़े होए गए, जितड़े माया भोग। विच ना कोई कर सकै, किस थैं रोवह रोज। कीता किशु ना होई, लिखिया धुर संजोग।
वड भागी मेरा प्रभ मिलै, तां उतरै सब वियोग। नानक कहो प्रभ राख लिहो, मेरे साहिब बंदी मोच। कतिक होवै साध संग, बिनसै सबे सोच। कतिक होवै साध संग, बिनसै सबे सोच। जुगो जुग अटल चवर छतर तखत दे मालक, जाहरा जहूर हाजरा हाजूर। सर्ब कला भरपूर, सर्ब सांझी वालता दे प्रतीक। धन 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 साहिब श्री गुरु ग्रंथ साहिब सच्चे पातशाह जी महाराज। साहिबां दी पावन पवित्र हाजूरी अंदर जुड़ करके धन धन बाबा बुढ़ा साहिब जी ग्रंथी सभा मुकेरियां वल्लों लगभग एक महीने तो गुरमत समागमां दी लड़ी वख वख नगरां विच रात्रि दे दीवान सजदे रहे। गुरु की बाणी दे कीर्तन, गुर इतिहास दियां विचारां, ढाडी जथे इतिहास गुरु कीयां संगतां नूं सरवण करवाउंदे रहे। अज उस समागम दा अंतम पड़ाव है। सजे हुए दीवान अंदर आप जी ने जुड़कर गुरु की बाणी दा कीर्तन सरवण कीता है। अज कतक दे महीने दी आरंभता हुई है। धन गुरु अर्जन साहिब दाता जियां दे मुखार बिंद तो 12 माहा माज राग दे अंदरों कतक महीने वाले शब्द का पाठ दासरे ने पढ़िया है, आप जी ने सुनिया है। इन्हां बचनां नूं आधार बना करके गुरमत विचारां दी सांझ आप जी नाल पावां। एकाग्रता बख्शो, समय दे दायरे विच रह के गुरु साहिब जी सेवा करवा लैन। एकाग्रता बख्शिश करदियां सारे ही बुलंद आवाज़ विच फतेह प्रवान करो जी। वाहिगुरु जी का खालसा, वाहिगुरु जी की फतेह। अकाल पुरख परमात्मा जी दी बख्शिश दे सदका ये मनुखा देही सानू प्राप्त हुई है। गुरबाणी अंदर गुरु साहिब जी ने तुमरी कृपा ते मनुख देह पाई है।
ਇਹ ਸੰਦੇਸ਼ ਲੋਕਾਈ ਨੂੰ ਬਖਸ਼ਿਆ। ਜਿੱਥੇ ਇਹ ਦੇਹੀ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਨਾਲ ਮਿਲੀ ਹੈ, ਫਿਰ ਇਸ ਦੇਹੀ ਦਾ ਉਦੇਸ਼ ਕੀ ਹੈ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਾਂ ਗੁਰਦੇਵ ਦੀ ਬਾਣੀ ਵਿੱਚ ਬਚਨ ਆਉਂਦੇ ਨੇ, ਚਿਰੰਕਾਲ ਇਹ ਦੇਹ ਸਿੰਜਰੀਆ, ਮਿਲ ਜਗਦੀਸ਼ ਮਿਲਨ ਕੀ ਬਰੀਆ। ਇਹ ਦੇਹੀ ਪਰਮਾਤਮਾ ਨੂੰ ਮਿਲਣ ਦੀ ਵਾਰੀ ਆ। ਤੇ ਸੰਸਾਰ ਵਿੱਚ ਵਿਚਰਦਿਆਂ ਛੋਟੀ ਜੀ ਅਰਜ਼ ਹੋਰ ਕਰਾਂ, ਜਿੱਥੇ ਇਹ ਮਨੁੱਖਾ ਦੇਹੀ ਪਰਮਾਤਮਾ ਦੀ ਕਿਰਪਾ ਨਾਲ ਬਖਸ਼ਿਸ਼ ਨਾਲ ਮਿਲੀ ਹੈ ਨਾ, ਜੇ ਅੱਜ ਆਪਾਂ ਇਹ ਦੇਹੀ ਲੈ ਕੇ ਸਤ ਸੰਗਤ ਵਿੱਚ ਜੁੜ ਬੈਠੇ ਹਾਂ, ਤੇ ਇਹ ਵੀ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੈ। ਗੁਰਬਾਣੀ ਗੁਰਵਾਕ ਹੈ, ਤੁਮਰੀ ਕਿਰਪਾ ਤੇ ਭਇਓ ਸਾਧ ਸੰਗ। ਤੀਸਰੀ ਅਰਜ਼, ਮਾਲਕ ਮਿਹਰ ਕੀਤੀ। ਆ ਜਿਹੜੀ ਰਸਨਾ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਇਹ ਦੁਨਿਆਵੀ ਰਸਾਂ ਦੇ ਵਿੱਚੋਂ ਨਿਕਲ ਕੇ, ਦੁਨਿਆਵੀ ਗੱਲਾਂ ਬਾਤਾਂ ਦੇ ਵਿੱਚੋਂ ਨਿਕਲ ਕੇ, ਜੇ ਕਿਤੇ ਇਸ ਰਸਨਾ ਤੋਂ, ਮੁਖਾਰ ਬਿੰਦ ਤੋਂ, ਜੇ ਕਿਤੇ ਵਾਹਿਗੁਰੂ ਗੁਰਮੰਤਰ ਦਾ ਸਿਮਰਨ, ਮੂਲ ਮੰਤਰ ਦਾ ਸਿਮਰਨ, ਪਰਮਾਤਮਾ ਦਾ ਸ਼ੁਕਰਾਨਾ, ਜੇ ਕਿਤੇ ਨਿਤਨੇਮ, ਜੇ ਕਿਤੇ ਸਹਿਜ ਪਾਠ ਦੇ ਰੋਜ਼ 2-4 ਅੰਗ, ਜੇ ਕਿਤੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨ ਦਾ ਸੁਭਾਗ, ਜੇ ਕਿਤੇ ਸ਼ਾਮ ਨੂੰ ਚੌਂਕੜਾ ਲਾ ਕੇ ਸੋਦਰ ਪੜ੍ਹਨ ਦਾ ਸੁਭਾਗ ਪ੍ਰਾਪਤ ਹੋ ਜਾਂਦਾ ਨਾ, ਤਾਂ ਇਹ ਵੀ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੈ। ਮਹਾਰਾਜ ਨੇ ਗੁਰਬਾਣੀ ਵਿੱਚ ਕਿਹਾ, ਤੁਮਰੀ ਕਿਰਪਾ ਤੇ ਜਪੀਆ ਨਾਉ। ਤੀਜੀ ਗੱਲ ਇਹ ਆ ਗਈ। ਤੇ ਚੌਥੀ ਅਰਜ਼ ਮੈਂ ਤੁਹਾਡੇ ਅੱਗੇ ਕਰਾਂ, ਮਨੁੱਖਾ ਦੇਹੀ ਪ੍ਰਾਪਤ ਹੋਈ, ਸਤ ਸੰਗਤ ਵਿੱਚ ਆਣ ਜੁੜ ਮਿਲ ਬੈਠੇ। ਤੀਸਰੀ ਅਰਜ਼, ਇਸ ਰਸਨਾ ਤੋਂ ਮਾਲਕ ਮਿਹਰ ਕੀਤੀ, ਰੱਬ ਦਾ ਨਾਮ ਨਿਕਲਿਆ, ਤੇ ਮਾਲਕ ਨੇ ਬੜੀ ਕਿਰਪਾ ਕੀਤੀ। ਸੋਹਣਾ ਘਰ-ਬਾਰ, ਪਰਿਵਾਰ, ਧੀਆਂ ਪੁੱਤਰ ਜੇ ਸੁਖ ਬਖਸ਼ਿਸ਼ ਕੀਤੇ ਨਾ, ਤੇ ਫਿਰ ਇਹਦੇ ਮੁਖਾਰਬਿੰਦ ਤੋਂ ਇੱਕ ਬਚਨ ਨਿਕਲਦਾ ਹੈ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਤੇ ਤਵੱਜੋਂ ਦੇ ਆ ਜੇ ਸਾਰੇ ਬੋਲਿਓ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਬੇਨਤੀ ਆ ਜੀ, ਥੋੜਾ ਜਿਹਾ ਸੰਗਤ ਵਿੱਚ ਟਿਕਾ ਬਣਾਓ, ਗੱਲਾਂ ਬਾਤਾਂ ਤੋਂ ਗੁਰੇਜ਼ ਕਰੋ। ਸਾਰੇ ਹੀ ਪਿਆਰ ਵਿੱਚ ਭਿੱਜ ਕੇ ਇੱਕ ਵਾਰ ਆਖੋ, ਸਤਨਾਮ ਸ਼੍ਰੀ। ਮੈਂ ਜਿਹੜੀ ਅਰਜ਼ ਬੇਨਤੀ ਕਰਨ ਲੱਗਾ ਜੀ, ਹੁਣ ਮਾਲਕ ਨੇ, ਅਕਾਲ ਪੁਰਖ ਨੇ ਇਹ ਦੇਹੀ ਬਖਸ਼ਿਸ਼ ਕੀਤੀ ਹੈ, ਤੇ ਇਸ ਦੇਹੀ ਦੇ ਨਾਲ ਬੰਦਾ ਕਰਮ ਕਰਦਾ ਹੈ। ਇਸ ਦੇਹੀ ਨਾਲ ਕਰਮ ਕਰਦਾ ਹੈ। ਕਰਮ ਜਿਹੜੇ ਨੇ ਦੋ ਤਰ੍ਹਾਂ ਦੇ ਨੇ। ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਪੁੰਨੀ ਪਾਪੀ, ਕੁਝ ਕਰਮ ਬੰਦਾ ਇਦਾਂ ਦੇ ਕਰਦਾ ਜਿਹਦੇ ਵਿੱਚ ਪੁੰਨ ਹੁੰਦਾ ਹੈ, ਕੁਝ ਕਰਮ ਬੰਦਾ ਇਦਾਂ ਦੇ ਕਰ ਲੈਂਦਾ ਜਿਨ੍ਹਾਂ ਵਿੱਚ ਪਾਪ ਹੁੰਦਾ ਹੈ। ਕੁਝ ਕਰਮ ਬੰਦਾ, ਗੁਰੂ ਨਾਨਕ ਸਾਹਿਬ ਨੇ ਦੂਜੇ ਬਚਨ ਬਖਸ਼ੇ, ਕਹਿਣ ਲੱਗੇ ਕੁਝ ਕਰਮ ਬੰਦਾ ਇਦਾਂ ਦੇ ਕਰ ਬੈਂਦਾ ਜਿਹਦੇ ਵਿੱਚ ਚੰਗਿਆਈਆਂ ਹੁੰਦੀਆਂ ਨੇ, ਕੁਝ ਕਰਮ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬੁਰਾਈਆਂ ਹੁੰਦੇ ਨੇ। ਫਿਰ ਤੀਸਰੀ ਅਰਜ਼, ਗੁਰਬਾਣੀ ਵਿੱਚ ਸਾਹਿਬ ਨੇ ਬਚਨ ਤੇ ਇਹ ਬਖਸ਼ੇ ਸੀ ਵੀ ਭਲਿਆ ਜੇ ਕਿਤੇ ਧਰਮ ਦਾ ਕਰਮ ਹੋਵੇ, ਕੰਮ ਧਰਮ ਦਾ ਹੋਵੇ, ਧਰਮ ਦਾ ਕਰਮ ਹੋਵੇ, ਤੇ ਕਦੇ ਦੇਰੀ ਨਾ ਲਾਈ। ਧਰਮ ਦਾ ਕਰਮ ਹੋਵੇ ਤੇ ਕਦੇ ਦੇਰੀ ਨਾ ਲਾਈ। ਸਿੱਧੀ ਜੀ ਉਦਾਹਰਨ, ਗੁਰਬਾਣੀ ਪੜ੍ਹਨ ਲਈ ਤੈਨੂੰ ਸਮਾਂ ਮਿਲੇ ਤੇ ਦੇਰੀ ਨਾ ਲਾਈ। ਕਿਸੇ ਦਾ ਭਲਾ ਕਰਨ ਦਾ ਸਮਾਂ ਬਣ ਆਵੇ ਤਾਂ ਦੇਰੀ ਨਾ ਲਾਈ। ਕਿਸੇ ਦਾ ਸਵਾਰਨ ਦਾ ਸਮਾਂ ਬਣ ਆਵੇ ਤਾਂ ਦੇਰੀ ਨਾ ਲਾਈ। ਕਿਹਾ ਤੇ ਗੁਰੂ ਅਰਜਨ ਸਾਹਿਬ ਨੇ ਇਹ ਬਚਨ ਹੈ। ਸਹਿਸਕ੍ਰਿਤੀ ਦੇ ਸ਼ਲੋਕਾਂ ਵਿੱਚ ਮੁਬਾਰਕ ਬੋਲ ਆਪਾਂ ਪੜ੍ਹਦੇ ਹਾਂ, ਨਹਿ ਬਿਲੰਬ ਧਰਮੰ
ਧਰਮ ਦਾ ਕੰਮ ਕਰਨ ਲੱਗਿਆਂ ਦੇਰੀ ਨਾ ਕਰ, ਪਾਪ ਕਰਨ ਲੱਗਿਆਂ ਦੇਰੀ ਕਰੀ, ਕਿਉਂਕਿ ਕਿਤੇ ਇਹ ਮਾੜਾ ਸਮਾਂ ਟਲ ਜਾਵੇ। ਪਰ ਹੋਇਆ ਕੀ, ਬੰਦਾ ਧਰਮ ਦਾ ਕਰਮ ਕਰਨ ਲੱਗਿਆਂ ਦੇਰੀ ਲਾਉਂਦਾ ਹੈ, ਪਾਪ ਕਮਾਉਣ ਲੱਗਾ ਇਹ ਕਦੀ ਬਹੁਤਾ ਸਮਾਂ ਨਹੀਂ ਲਾਉਂਦਾ। ਪਾਪ ਕਮਾਉਣ ਲੱਗਿਆਂ ਕਦੀ ਇਹ ਬਹੁਤਾ ਸਮਾਂ ਨਹੀਂ ਲਾਉਂਦਾ। ਸਾਹਿਬ ਨੇ ਬਾਣੀ ਵਿੱਚ ਇਹ ਸਿਧਾਂਤ ਬਖਸ਼ਿਸ਼ ਕੀਤਾ ਹੈ। ਮੈਂ ਨੇੜੇ ਕਰਾਂ ਗੱਲ ਚੱਲ ਰਹੀ ਹੈ ਵੀ ਕਰਮ, ਕਦੇ ਪੁੰਨੀ ਪਾਪੀ, ਕਦੇ ਚੰਗਿਆਈਆਂ ਬੁਰਿਆਈਆਂ। ਤੇ ਤੀਜੀ ਬੇਨਤੀ ਤੁਹਾਡੇ ਅੱਗੇ ਇਹ ਵੀ ਕਰ ਜਾਵਾਂ, ਕਦੇ ਮਾਜ਼ ਕੀ ਵਾਰ ਦੀ ਬਾਣੀ ਪੜ੍ਹੀਏ। ਮਾਜ਼ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਨੇ ਬਚਨ ਬਖਸ਼ੇ ਨੇ, ਕਹਿਣ ਲੱਗੇ ਬੰਦਾ ਦੁਨੀਆ ਤੋਂ ਚਲਿਆ ਵੀ ਜਾਏ, ਸਰੀਰ ਕਰਕੇ ਯਾਤਰਾ ਪੂਰੀ ਕਰ ਗਿਆ, ਪਰ ਮਰਨ ਤੋਂ ਬਾਅਦ ਵੀ ਬੰਦੇ ਦਾ ਨਾਂ ਰਹਿੰਦਾ ਹੈ। ਪੁੱਛਿਆ ਗੁਰੂ ਨਾਨਕ ਸਾਹਿਬ ਉਹ ਕਿਵੇਂ? ਕਹਿਣ ਲੱਗੇ ਜੇ ਬੰਦੇ ਨੇ ਨੇਕੀ ਕਮਾਈ ਹੋਵੇ। ਇਹ ਗੱਲ ਯਾਦ ਰੱਖਿਓ, ਨੇਕੀ ਕਮਾਉਣ ਵਾਲੇ ਦਾ ਨਾਂ ਵੀ ਰਹਿੰਦਾ ਹੈ, ਬਦੀ ਕਮਾਉਣ ਵਾਲੇ ਦਾ ਨਾਂ ਵੀ ਰਹਿੰਦਾ ਹੈ। ਬਸ ਇੱਕ ਨੂੰ ਸਤਿਕਾਰ ਦਿੱਤਾ ਜਾਂਦਾ ਤੇ ਦੂਜੇ ਨੂੰ ਫਟਕਾਰਾਂ ਪਾਈਆਂ ਜਾਂਦੀਆਂ। ਕਰਮ ਧੰਨ ਗੁਰੂ ਅਰਜਨ ਸਾਹਿਬ ਨੇ ਅੱਜ ਬਖਸ਼ਿਸ਼ ਕੀਤੀ, ਕਤੇਕ ਕਰਮ ਕਮਾਵਣੇ। ਥੋੜਾ ਜਿਹਾ ਕਰਮ ਦੇ ਪਰਥਾਏ ਮੈਂ ਤੁਹਾਡੇ ਨਾਲ ਹੋਰ ਇੱਕ ਅਰਜ਼ ਕਰਾਂ। ਕਈ ਵਾਰ ਬੰਦਾ ਧਰਮ ਦੇ ਨਾਂ ਉੱਤੇ ਇਦਾਂ ਦੇ ਕਰਮ ਕਰਦਾ ਜਿਨ੍ਹਾਂ ਦਾ ਧਰਮ ਨਾਲ ਸੰਬੰਧ ਕੋਈ ਨਹੀਂ ਹੁੰਦਾ। ਗੁਰੂ ਅਰਜਨ ਸਾਹਿਬ ਨੇ ਨਾ ਇਦਾਂ ਦੇ ਕਰਮਾਂ ਨੂੰ ਇਹ ਨਹੀਂ ਕਿਹਾ ਵੀ ਤੂੰ ਬੜਾ ਧਰਮੀ ਆ। ਦੋ ਸ਼ਬਦ ਉੱਥੇ ਗੁਰੂ ਅਰਜਨ ਸਾਹਿਬ ਨੇ ਵਰਤੇ ਨੇ, ਸੂਹੀ ਰਾਗ ਦੇ ਬੋਲ ਨੇ। ਕਈ ਵਾਰ ਤੁਸੀਂ ਇਹ ਮੁੱਖ ਵਾਕ ਸੁਣਿਆ ਹੋਵੇਗਾ, ਸੂਹੀ ਮਹੱਲਾ ਪੰਜਵਾਂ, ਕਰਮ ਧਰਮ। ਕਰਮ ਤੇ ਕਰ ਰਿਹਾ ਕਾਹਦੇ ਲਈ? ਵੀ ਸ਼ਾਇਦ ਇਹ ਧਰਮ ਦਾ ਕੰਮ ਹੈ। ਪਰ ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਇਹ ਗੱਲ ਯਾਦ ਰੱਖੀ, ਕਰਮ ਧਰਮ ਪਾਖੰਡ। ਤੇ ਜੇ ਉਹਨਾਂ ਕਰਮਾਂ ਦਾ ਧਰਮ ਨਾਲ ਸੰਬੰਧ ਨਾ ਹੋਵੇ ਤੇ ਉਹਨੂੰ ਪਖੰਡ ਆਖਿਆ ਜਾਂਦਾ ਹੈ। ਤੇ ਇਦਾਂ ਦੇ ਪਖੰਡ ਨੂੰ ਗੁਰੂ ਅਰਜਨ ਸਾਹਿਬ ਦਿਖਾਵਾ ਕਹਿੰਦੇ ਨੇ। ਔਰ ਅੱਜ ਜਗਤ ਵਿੱਚ ਖਿਮਾ ਕਰਨਾ, ਧਰਮ ਦੇ ਨਾਂ ਉੱਤੇ ਇਦਾਂ ਦੇ ਕਰਮ ਕਮਾਏ ਜਾ ਰਹੇ ਨੇ ਜਿਨ੍ਹਾਂ ਦਾ ਧਰਮ ਨਾਲ ਸੰਬੰਧ ਕੋਈ ਨਹੀਂ, ਉਹਨੂੰ ਗੁਰੂ ਅਰਜਨ ਸਾਹਿਬ ਪਖੰਡ ਵੀ ਕਹਿੰਦੇ ਨੇ ਤੇ ਦਿਖਾਵਾ ਵੀ ਕਹਿੰਦੇ ਨੇ। ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੁਟੈ। ਜੇ ਛੁੱਟਣਾ ਚਾਹੁੰਦਾ, ਜੇ ਤੇਰਾ ਛੁਟਕਾਰਾ ਚਾਹੁੰਦਾ ਵੀ ਮੇਰਾ ਛੁਟਕਾਰਾ ਹੋ ਜਾਵੇ, ਤੇ ਪਰਮਾਤਮਾ ਦੀ ਕੀਰਤੀ ਨਾਲ ਜੁੜ। ਇਹ ਸਾਹਿਬ ਨੇ ਗੁਰੂ ਅਰਜਨ ਸਾਹਿਬ ਸਿਧਾਂਤ ਬਖਸ਼ਿਆ। ਸੋਰਠ ਰਾਗ ਦੀਆਂ ਅਸ਼ਟਪਦੀਆਂ ਪੜੋ, ਪਤਾ ਨਹੀਂ ਬੰਦੇ ਨੇ ਕਿੰਨੇ ਕੁ ਕਰਮ ਕੀਤੇ ਨੇ ਮੈਂ ਰੱਬ ਨੂੰ ਮਿਲਾਂ। ਉਹ ਅਸ਼ਟਪਦੀ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨ ਛੁਟਕਿਓ, ਅਦਿਕ ਅਹਮ ਬੁੱਧ ਬਾਦੇ। ਉੱਥੇ ਗੁਰੂ ਅਰਜਨ ਸਾਹਿਬ ਨੇ ਟਕਾ ਕੇ ਆਖਿਆ, ਕਹਿਣ ਲੱਗੇ ਪਿਆਰੇ ਇਨ ਬਿਦ ਮਿਲਣ ਨਾ ਜਾਈ। ਜਿਹੜੇ ਤਰੀਕਿਆਂ ਨੂੰ ਤੂੰ ਮਿਲਣਾ ਚਾਹੁੰਦਾ ਨਾ, ਜਿਹੜੇ ਤੂੰ ਕਰਮ ਕਰਦਾ ਵੀ ਇਹਨਾਂ ਕਰਮਾਂ ਨਾਲ ਰੱਬ ਮਿਲ ਜੂਗਾ, ਨਹੀਂ ਮਿਲਣਾ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਅਨੇਕਾਂ ਕੀਤੇ, ਇੱਕ ਨਹੀਂ ਕੀਤੇ ਅਨੇਕਾਂ। ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਬਵੇਕਾ। ਹਾਰ ਕੇ ਮਾਲਕ ਦੇ ਦਰ ਤੇ ਆਇਆ, ਚਰਨ ਸ਼ਰਨ ਵਿੱਚ ਪਿਆ ਤੇ ਬੇਨਤੀ ਕੀਤੀ, ਦਾਤਿਆ ਉਹ ਬੁੱਧ ਬਖਸ਼ਿਸ਼ ਕਰ ਜਿਹੜੀ ਚੰਗੇ ਤੇ ਮੰਦੇ ਦੀ ਵਿਚਾਰ ਕਰ ਸਕੇ। ਹੁਣ ਵੇਖੋ ਜੀ, ਮੈਂ ਸਵੇਰੇ ਵੀ ਅਰਜ਼ ਕੀਤੀ ਸੀ ਵੀ ਕੀ ਸਾਡੇ ਕੋਲ ਇਦਾਂ ਦੀ ਬੁੱਧ ਹੈ ਜਿਹੜੀ ਚੰਗੇ ਮੰਦੇ ਦੀ ਵਿਚਾਰ ਕਰ ਸਕਦੀ?
ਤੁਸੀਂ ਕਈ ਵਾਰੀ ਕਹਿਣਾ ਜੀ ਨਹੀਂ ਹੈ, ਤੁਸੀਂ ਕਈ ਵਾਰੀ ਕਹਿਣਾ ਜੀ ਨਹੀਂ ਸਾਡੇ ਕੋਲ ਇਦਾਂ ਦੀ ਬੁੱਧ ਨਹੀਂ ਹੈ ਜਿਹੜੀ ਚੰਗੇ ਮੰਦੇ ਦੀ ਵਿਚਾਰ ਕਰ ਸਕੇ। ਤੇ ਮੈਂ ਤੁਹਾਡੇ ਅੱਗੇ ਅਰਜ਼ ਕਰਾਂ, ਕੱਪੜਾ ਲੈਣ ਲੱਗਿਆ ਬੰਦਾ ਹੱਥ ਲਾ ਲਾ ਵੇਖਦਾ, ਹੱਥ ਲਾਇਆ ਪਤਾ ਲੱਗ ਜਾਂਦਾ ਕੱਪੜਾ ਕੀ ਹੈ। ਚੰਗੇ ਮੰਦੇ ਦੀ ਵਿਚਾਰ ਸਾਡੀ ਬੁੱਧ ਕਰਦੀ ਹੈ। ਫਲ ਫਰੂਟ ਲੈਣ ਲੱਗਿਆ ਫੜ ਫੜ ਵੇਖਦਾ, ਫੜ ਫੜ ਵੇਖਦਾ ਨਾ। ਚੰਗੇ ਮੰਦੇ ਦੀ ਵਿਚਾਰ ਸਾਡੀ ਬੁੱਧ ਕਰਦੀ ਆ। ਯਾਦ ਰੱਖਣਾ ਜੀ, ਆ ਤੁਸੀਂ ਸਿਆਣੇ ਸੂਝਵਾਨ ਬੈਠੇ ਹੋ, ਚੰਗੇ ਮੰਦੇ ਦੀ ਵਿਚਾਰ ਸਾਡੀ ਬੁੱਧ ਕਰਦੀ ਆ। ਪਰ ਸੱਚਾਈ ਇਹ ਹੈ ਕਿ ਬੰਦਾ ਜਦੋਂ ਜ਼ਿੰਦਗੀ ਵਿੱਚ ਕਰਮ ਕਰਨ ਲੱਗਦਾ ਨਾ, ਇਹਦੀ ਬੁੱਧ ਕਦੇ ਕਰਮ ਕਰਨ ਲੱਗਿਆਂ ਵਿਚਾਰ ਨਹੀਂ ਕਰਦੀ ਵੀ ਇਹ ਚੰਗਾ ਹੈ ਕਿ ਮੰਦਾ ਹੈ। ਉੱਥੇ ਨਹੀਂ ਇਹ ਵਿਚਾਰਨ ਦਾ ਯਤਨ ਕਰਦਾ। ਸਾਹਿਬ ਨੇ ਕਿਰਪਾਲਤਾ ਕੀਤੀ, ਕਹਿਣ ਲੱਗੇ ਕਰਤਿਕ ਕਰਮ ਕਮਾਵਣੇ। ਫਿਰ ਮਨੁੱਖ ਦਾ ਇੱਕ ਸੁਭਾਅ ਹੋਰ ਹੈ। ਮਨੁੱਖ ਦਾ ਸੁਭਾਅ ਇਹ ਹੈ ਵੀ ਜੇ ਤੇ ਕਰਮ ਹੋਵੇ ਚੰਗਾ, ਤਵੱਜੋ ਦਿਓ ਜੀ, ਹੁੰਗਾਰਾ ਤੁਸੀਂ ਭਰਿਓ ਹਾਂ ਜਾਂ ਨਾ ਚ। ਜੇ ਤੇ ਕਰਮ ਹੋਵੇ ਚੰਗਾ ਤੇ ਬੰਦਾ ਕੀ ਕਹਿੰਦਾ? ਮੈਂ ਕੀਤਾ। ਬੋਲੋ ਜੀ, ਬੰਦਾ ਕੀ ਕਹਿੰਦਾ? ਬੋਲ ਦਿਓ, ਕੋਈ ਗੱਲ ਨਹੀਂ। ਬੰਦਾ ਕੀ ਕਹਿੰਦਾ? ਤੇ ਜੇ ਹੋ ਜੇ ਮਾੜਾ ਫਿਰ ਰੱਬ ਨੇ ਕੀਤਾ। ਵੇਖੋ, ਜੇ ਹੋਵੇ ਚੰਗਾ ਤੇ ਮੈਂ ਕਰਦਾ, ਮੈਂ ਨਾ ਹੁੰਦਾ ਤੇ ਇਦਾਂ ਹੋਣਾ ਸੀ ਕਦੇ। ਤੇ ਜੇ ਹੋ ਗਿਆ ਮਾੜਾ ਫਿਰ ਨਹੀਂ ਕਿਹਾ ਵੀ ਮੈਂ ਕੀਤਾ, ਫਿਰ ਕਹਿੰਦੇ ਰੱਬ ਨੇ ਕੀਤਾ। ਤੇ ਬਾਣੀ 'ਚ ਨਾ ਭਗਤ ਤਰਲੋਚਨ ਜੀ ਦਾ ਸ਼ਬਦ ਹੈ, ਭਗਤ ਬਾਣੀ ਦੇ ਬੋਲ ਨੇ, ਕਹਿੰਦੇ ਲੋਕ ਤੇ ਰੱਬ ਨੂੰ ਵੀ ਨੰਦਣ ਲੱਗ ਪੈਂਦੇ ਨੇ, ਨੰਦਣ ਲੱਗ ਪੈਂਦੇ ਨੇ। ਇੱਕ ਬੰਦਗੀ ਵਾਲੇ ਨੇ ਤੇ ਕਿਹਾ ਸੀ, ਉਹ ਕਹਿੰਦਾ ਕਿਸੇ ਦਾ ਬੁਰਾ ਕਰਨ ਲੱਗਿਆ, ਕਿਸੇ ਦਾ ਮਾੜਾ ਕਰਨ ਲੱਗਿਆ, ਕਿਸੇ ਨਾਲ ਧੱਕਾ ਕਰਨ ਲੱਗਿਆ ਨਾ, ਕਾਪੀ ਪੈਨ ਫੜ ਲਿਆ ਕਰ, ਕਾਪੀ ਫੜ ਕੇ ਲਿਖਿਆ ਕਰ ਕਿਹੜੀ ਤਰੀਕ ਸੀ ਉਦਣ, ਹਫਤੇ ਦਾ ਦਿਨ ਕਿਹੜਾ ਸੀ, ਟਾਈਮ ਕਿਹੜਾ ਸੀ, ਸਾਲ ਕਿਹੜਾ ਸੀ, ਮਹੀਨਾ ਕਿਹੜਾ ਸੀ। ਪੁੱਛਿਆ ਕਿਉਂ? ਲਿਖਣ ਦੀ ਕੀ ਲੋੜ ਹੈ? ਕਿਸੇ ਦਾ ਬੁਰਾ ਕਰਨ ਲੱਗਿਆ, ਕਿਸੇ ਨਾਲ ਧੱਕਾ ਕਰਨ ਲੱਗਿਆ, ਲਿਖਣ ਦੀ ਕੀ ਲੋੜ ਹੈ? ਕਹਿੰਦੇ ਤੈਨੂੰ ਚੇਤਾ ਭੁੱਲ ਜਾਣਾ, ਮੁੜ ਕੇ ਤੈਨੂੰ ਚੇਤਾ ਭੁੱਲ ਜਾਣਾ, ਤੇ ਇੱਕ ਦਿਨ ਤੈਨੂੰ ਬੀਜੇ ਹੋਏ ਦਾ ਫਲ ਵੀ ਮਿਲਣਾ, ਤੇ ਫਿਰ ਤੂੰ ਆਪਣੀ ਜ਼ੁਬਾਨ ਤੋਂ ਬੋਲ ਕੇ ਕਹਿਣਾ ਰੱਬ ਸਾਡੇ ਨਾਲ ਧੱਕਾ ਕਰਦਾ ਹੈ। ਫਿਰ ਤੂੰ ਕਹਿਣਾ ਰੱਬ ਨੇ ਸਾਡੇ ਨਾਲ ਧੱਕਾ ਕੀਤਾ, ਰੱਬ ਸਾਡੇ ਨਾਲ ਧੱਕਾ ਕਰਦਾ। ਨਹੀਂ ਉਹ ਭਲਿਆ, ਰੱਬ ਧੱਕਾ ਨਹੀਂ ਕਰਦਾ। ਜਿਹੜਾ ਤੂੰ ਕਿਸੇ ਨਾਲ ਧੱਕਾ ਕੀਤਾ, ਬੀਜ ਬੀਜਿਆ, ਉਹੀ ਵੱਢ ਕੇ ਤੇਰੀ ਝੋਲੀ ਵਿੱਚ ਪਿਆ ਹੈ। ਇਹ ਗੱਲ ਯਾਦ ਰੱਖੀ। ਕਤਕ ਕਰਮ ਕਮਾਵਣੇ। ਬੰਦਾ ਕਰਮ ਤਾਂ ਇਦਾਂ ਦੇ ਕਮਾਉਂਦਾ। ਹੋਰ ਵੇਖਣਾ ਜੀ, ਆਓ ਥੋੜਾ ਜਿਹਾ ਆਨੰਦ ਸਾਹਿਬ ਦੀ ਪਾਵਨ ਪਵਿੱਤਰ ਬਾਣੀ। ਬਚਨ ਤੇ ਤੁਹਾਨੂੰ ਸਾਰਿਆਂ ਨੂੰ ਆਉਂਦੇ ਹੀ ਹੋਣੇ ਲਗਭਗ। ਬੋਲਿਓ, ਏ ਸਰੀਰਾ, ਬੋਲੋ ਏ ਸਰੀਰਾ, ਚੜ੍ਹਦੀ ਕਲਾ ਚ ਬੋਲੋ ਜੀ ਸਾਰੇ, ਏ ਸਰੀਰਾ ਮੇਰਿਆ ਇਸ ਜੱਗ ਮੈਂ ਹੈ, ਕਿਆ ਤੁਧ, ਬੋਲੋ ਕਿਆ ਤੁਧ ਕਰਮ। ਹੁਣ ਵਿਚਾਰ ਕੇ ਵੇਖੋ, ਜਿੰਨੀ ਜਿੰਨੀ ਲੰਘ ਗਈ, ਮੇਰੀ 39 ਸਾਲ ਲੰਘ ਗਈ, ਵਿਚਾਰ ਕੇ ਵੇਖੋ ਕਿਹੜੇ ਕਿਹੜੇ ਕਰਮ ਕਮਾਏ ਆ। ਵਿਚਾਰ ਕੇ ਵੇਖਣ ਦੀ ਲੋੜ ਆ ਪਿਆਰਿਓ, ਕਿਹੜੇ ਕਿਹੜੇ ਕਰਮ ਬੰਦੇ ਨੇ ਕਮਾਏ ਨੇ। ਤੇਰੇ ਨਾਲ ਦਿਆਂ ਨੂੰ ਪਤਾ ਹੋਵੇ ਨਾ ਹੋਵੇ, ਤੇਰੇ ਪਰਿਵਾਰ ਨੂੰ ਪਤਾ ਹੋਵੇ ਨਾ ਹੋਵੇ, ਤੇਰੇ ਧੀਆਂ ਪੁੱਤਰਾਂ ਨੂੰ ਪਤਾ ਹੋਵੇ ਨਾ ਹੋਵੇ, ਜਾਂ ਤੈਨੂੰ ਪਤਾ ਵੀ ਕਿਹੜੇ ਕਰਮ ਕਮਾਏ ਨੇ, ਜਾਂ ਸੱਚੇ ਰੱਬ ਨੂੰ ਪਤਾ ਵੀ ਕਿਹੜੇ ਕਰਮ ਕਮਾਏ। ਇਹ ਗੱਲ ਯਾਦ ਰੱਖੀ ਪਿਆਰਿਓ। ਮਾਲਕ ਮੇਰ ਕਰੇ ਕਤਕ ਕਰਮ ਕਮਾਵਣੇ। ਇਦਾਂ ਦੇ ਕਰਮ ਮਨੁੱਖ ਕਮਾ ਕੇ ਦੋਸ਼ ਕਈ ਵਾਰੀ ਰੱਬ ਤੇ ਦਿੰਦਾ ਹੈ, ਰੱਬ ਭੁੱਲ ਜਾਂਦਾ ਹੈ, ਇਹਨੂੰ ਰੋਗ ਵਿਆਪਦੇ ਨੇ, ਇਹ ਬੇਮੁਖ ਹੋ ਜਾਂਦਾ ਹੈ, ਜਨਮਾਂ ਜਨਮਾਂਤਰਾਂ ਦਾ ਵਿਜੋਗ ਵਿਛੋੜਾ ਪੈ ਜਾਂਦਾ ਹੈ। ਕੀਤੇ ਹੋਏ ਖਾਧੇ ਹੋਏ ਪਦਾਰਥ ਜਿਹੜੇ ਨੇ ਉਹ ਵੀ ਬਿਮਾਰੀਆਂ ਬਣ ਕੇ, ਉਹ ਵੀ ਤਨ ਵਿੱਚ ਬਿਮਾਰੀਆਂ ਪੈਦਾ ਕਰਦੇ ਨੇ। ਖਿਨਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕਾ ਕਿਸਥੈ ਰੋਵੇਂ ਰੋਜ਼। ਹੁਣ ਨਿੱਤ ਦਾ ਰੋਣਾ ਤੇ ਕਿਹਦੇ ਕੋਲ ਰੋਣਾ, ਕਿਉਂਕਿ ਪਰਮੇਸ਼ਰ ਤੇ ਭੁੱਲਿਆ ਹੋਇਆ। ਵਿੱਚ ਨਾ ਕੋਈ ਕਰ ਸਕਾ ਕਿਸਥੈ ਰੋਵੇਂ ਰੋਜ਼, ਕੀਤਾ ਕਿਛੁ ਨਾ ਹੋਵੇ ਲਿਖਿਆ ਧੁਰ ਸੰਜੋਗ। ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਨਾਨਕ ਕਉ ਪ੍ਰਭ ਰਾਖ ਲਿਹ ਮੇਰੇ ਸਾਹਿਬ ਬੰਦੀ ਮੋਚ। ਅਖੀਰ ਬੇਨਤੀ ਆ ਜੀ, ਕਤਕ ਹੋਵੇ ਸਾਧ ਸੰਗ
ਕੱਤਕ ਦਾ ਮਹੀਨਾ ਤੇ ਸਤ ਸੰਗਤ ਕਰੀ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕੱਤਕ ਦੇ ਮਹੀਨੇ 'ਚ ਜਿਹੜਾ ਸਤ ਸੰਗਤ ਕਰੇ, ਸ਼ਬਦ ਬਾਣੀ ਦਾ ਓਟ ਆਸਰਾ ਲਵੇ, ਉਹਦੀਆਂ ਸੋਚਾਂ, ਉਹਦੇ ਫਿਕਰ, ਉਹਦੇ ਚਿੰਤਾ, ਉਹਦੇ ਝੋਰੇ, ਉਹਦੇ ਝੂਰਨੇ ਜਿਹੜੇ ਆ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਸਤ ਸੰਗਤ ਮੁਕਾ ਦਿੰਦੀ ਹੈ। ਇਹ ਬਖਸ਼ਿਸ਼ ਸਾਹਿਬ ਨੇ ਕੱਤਕ ਮਹੀਨੇ ਵਾਲੇ ਸ਼ਬਦ ਵਿੱਚ ਕੀਤੀ। ਇੰਨੀ ਵਿਚਾਰ ਨਾਲ ਹਾਜ਼ਰੀ ਪ੍ਰਵਾਨ, ਭੁੱਲ ਚੁੱਕ ਦੀ ਖਿਮਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਭਾ ਦੇ ਸਮੂਹ ਵੀਰਾਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ ਜੀ। ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।